ਹੈਲੋ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟਾ ਅੱਜ ਆਪਾਂ ਹਿਸਟਰੀ ਦਾ 16 ਚੈਪਟਰ ਰੀਡ ਕਰਾਂਗੇ। ਚੈਪਟਰ ਨੇਮ ਦੀ ਐਜੂਕੇਸ਼ਨ ਐਂਡ ਬ੍ਰਿਟਿਸ਼ ਰੂਲ। ਸਿੱਖਿਆ ਅਤੇ ਅੰਗਰੇਜ਼ੀ ਰਾਜ ਮੀਨਸ ਕਿ ਬ੍ਰਿਟਿਸ਼ ਰੂਲ ਦੇ ਅੰਡਰ ਇੰਡੀਆ ਵਿੱਚ ਸਿੱਖਿਆ ਕਿੱਦਾਂ ਦੀ ਸੀਗੀ ਔਰ ਬ੍ਰਿਟਿਸ਼ ਰੂਲ ਦੇ ਅੰਡਰ ਕਿਹੜੀ ਕਿਹੜੀ ਪਾਲਿਸੀਜ਼ ਆਈ ਐਜੂਕੇਸ਼ਨ ਦੇ ਰਿਲੇਟਡ। ਠੀਕ ਹੈ, ਉਹਦੇ ਬਾਰੇ ਆਪਾਂ ਇਸ ਟੌਪਿਕ ਵਿੱਚ ਡਿਸਕਸ ਕਰਨੀ ਹੈ। ਠੀਕ ਹੈ ਰਾਜੇ, ਔਰ ਹਰ ਇੱਕ ਸਟੂਡੈਂਟ ਨੇ ਤੁਸੀਂ ਆਪ ਵੀ ਇੱਕ ਵਾਰੀ ਬੇਟਾ ਚੈਪਟਰ ਨੂੰ ਰੀਡ ਕਰਨਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਠੀਕ ਹੈ ਬੇਟਾ, ਔਰ ਮੈਂ ਤੁਹਾਨੂੰ ਸਾਰਾ ਚੈਪਟਰ ਇਸ ਵੀਡੀਓ ਲੈਕਚਰ ਵਿੱਚ ਮੈਂ ਤੁਹਾਨੂੰ ਰਿਵਾਈਜ਼ ਕਰਵਾਉਣ ਜਾ ਰਿਹਾ। ਸੋ ਸਾਰੇ ਬੱਚਿਆਂ ਨੇ ਕੀ ਆ ਹਰ ਇੱਕ ਟੌਪਿਕ ਨੂੰ ਬੜੇ ਧਿਆਨ ਨਾਲ ਲਿਸਨ ਕਰਨਾ। ਠੀਕ ਹੈ ਰਾਜੇ, ਓਕੇ ਬੇਟਾ। ਪਹਿਲਾਂ ਆਪਾਂ ਵੇਖਦੇ ਹਾਂ ਕਿ ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ, ਜਿਹੜੀ ਮੈਂ ਤੁਹਾਨੂੰ ਪਹਿਲੇ ਵੀਡੀਓ ਲੈਕਚਰ ਵਿੱਚ ਵੀ ਸਮਝਾਇਆ, ਜੋ ਆਪਣੇ ਚੈਪਟਰ ਚੱਲਦੇ ਆ ਰਹੇ ਆ, ਕਿ ਉਹ ਟ੍ਰੇਡ ਕਰਨ ਆਏ ਸੀਗੇ। ਠੀਕ ਹੈ, ਭਾਰਤ ਵਿੱਚ। ਇਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਇੰਡੀਆ ਵਿੱਚ ਸੈਟਲਮੈਂਟਸ ਜਿਹੜੀਆਂ ਆਪਣੀਆਂ ਸਟੈਬਲਿਸ਼ ਕਰ ਲਈਆਂ। ਓਕੇ, ਔਰ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹ ਐਕਸਟੈਂਡ ਹੋਣਾ ਸਟਾਰਟ ਹੋ ਗਿਆ, ਫੈਲਣਾ ਸਟਾਰਟ ਹੋ ਗਿਆ, ਜਿਸ ਕਰਕੇ ਕੀ ਆ ਉਹਨਾਂ ਨੂੰ ਇੰਡੀਆ ਵਿੱਚੋਂ ਜਿਹੜੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਪੈਣੀ ਸੀ। ਇਸ ਲਈ ਉਹਨਾਂ ਨੇ ਕੀ ਆ ਐਜੂਕੇਸ਼ਨ ਜਿਹੜਾ ਸਿਸਟਮ ਕੀ ਆ ਉਹਨਾਂ ਨੇ ਔਰਗਨਾਈਜ਼ ਕੀਤਾ। ਠੀਕ ਆ, ਉਹਦੇ ਵਿੱਚ ਕੀ ਆ ਜੋ ਪੜ੍ਹੇ ਲਿਖੇ ਲੋਕ ਸੀਗੇ ਉਹ ਕੀ ਆ ਉਹਨਾਂ ਲਈ ਬਹੁਤ ਹੀ ਕੀ ਆ ਲਾਹੇਵੰਦ ਸੀਗੇ। ਮੀਨਸ ਕਿ ਉਹਨਾਂ ਤੋਂ ਬਹੁਤ ਸਾਰਾ ਉਹ ਕੰਮ ਲੈਣਾ ਸੀ, ਕਿਉਂਕਿ ਉਹ ਇੰਡੀਅਨਸ ਪੀਪਲ ਦੀਆਂ ਜੋ ਪ੍ਰੋਬਲਮ ਸੀਗੀਆਂ ਉਹ ਜਿਹੜੀਆਂ ਟਰਾਂਸਲੇਟ ਕਰਕੇ ਉਹਨਾਂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਕੇ ਬ੍ਰਿਟਿਸ਼ ਜਿਹੜੇ ਗੋਰੇ ਸੀ ਉਹਨਾਂ ਨੂੰ ਦੱਸ ਸਕਣ। ਠੀਕ ਆ, ਇਸ ਲਈ ਉਹਨਾਂ ਨੇ ਕੀ ਆ ਜਿਹੜੇ ਇੰਡੀਅਨਸ ਪੀਪਲ ਸੀਗੇ ਉਹਨਾਂ ਨੂੰ ਐਜੂਕੇਸ਼ਨ ਦੇਣੀ ਸਟਾਰਟ ਕਰਤੀ। ਓਕੇ, ਔਰ ਆਪਾਂ ਦੇਖਦੇ ਹਾਂ ਬੇਟਾ ਇਸ ਚੈਪਟਰ ਵਿੱਚ ਇਨ ਐਂਸ਼ੀਅੰਟ ਟਾਈਮਸ ਦੇਅਰ ਵਾਜ਼ ਏ ਪ੍ਰੋਪਰ ਅਰੇਂਜਮੈਂਟ ਫॉर ਐਜੂਕੇਸ਼ਨ। ਦੀ ਐਜੂਕੇਸ਼ਨ ਵਾਜ਼ ਇੰਪਾਰਟਡ ਟੂ ਬੋਥ ਵੂਮੈਨ ਐਂਡ ਮੈਨ। ਦੇਖੋ, ਪ੍ਰਾਚੀਨ ਕਾਲ ਵਿੱਚ ਸਿੱਖਿਆ ਦਾ ਬਹੁਤ ਚੰਗਾ ਪ੍ਰਬੰਧ ਸੀਗਾ। ਠੀਕ ਆ, ਐਂਸ਼ੀਅੰਟ ਪੀਰੀਅਡ ਵਿੱਚ ਆਪਾਂ ਦੇਖਦੇ ਹਾਂ ਜਿਹੜੀ ਸਿੱਖਿਆ ਸੀਗੀ, ਐਜੂਕੇਸ਼ਨ ਸੀ, ਉਹਦਾ ਸਿਸਟਮ ਬਹੁਤ ਵਧੀਆ ਸੀ। ਔਰ ਜਿਹੜੀ ਐਜੂਕੇਸ਼ਨ ਸੀ ਔਰਤਾਂ ਅਤੇ ਪੁਰਸ਼ ਦੋਵੇਂ ਪ੍ਰਾਪਤ ਕਰਦੇ ਸੀ, ਵੂਮੈਨ ਐਂਡ ਮੈਨ, ਜਿਹਨੂੰ ਤੁਸੀਂ ਵੀ ਮੈਨ ਵੀ ਕਹਿ ਦਿੰਦੇ। ਠੀਕ ਹੈ ਬੇਟਾ, ਆਪਾਂ ਬ੍ਰਿਟਿਸ਼ ਰੂਲ ਤੋਂ ਪਹਿਲਾਂ ਦੀ ਐਜੂਕੇਸ਼ਨ ਬਾਰੇ ਇਸ ਗੱਲ ਕਰਦੇ ਹਾਂ ਹੁਣ ਆਪਾਂ। ਤਾਂ ਬਿਫੋਰ ਦੀ ਕਮਿੰਗ ਆਫ ਬ੍ਰਿਟਿਸ਼, ਠੀਕ ਆ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਸੀ ਉਹ ਕਿੱਦਾਂ ਦਿੱਤੀ ਜਾਂਦੀ ਸੀ, ਉਸ ਬਾਰੇ ਆਪਾਂ ਇਸ ਡਿਸਕਸ਼ਨ ਕਰਦੇ। ਠੀਕ ਹੈ ਬੇਟਾ, ਇਨ ਇੰਡੀਆ ਰਿਲੀਜੀਅਸ ਐਜੂਕੇਸ਼ਨ ਵਾਜ਼ ਗਿਵਨ ਇਨ ਦੀ ਆਸ਼ਰਮਸ। ਠੀਕ ਹੈ ਬੇਟਾ, ਆਸ਼ਰਮ ਵਿੱਚ ਹੋ ਗਈ, ਐਂਡ ਪਾਠਸ਼ਾਲਾਜ਼, ਮਦਰਸਿਆਜ਼, ਟੈਂਪਲਸ ਐਂਡ ਮੋਸਕਿਊਜ਼। ਇਨ ਮੋਸਕਿਊਜ਼ ਵਰ ਕਾਲਡ ਮਕਤਬਾ। ਠੀਕ ਹੈ, ਪਹਿਲਾਂ ਜਿਹੜੀ ਐਜੂਕੇਸ਼ਨ ਸੀਗੀ ਉਹ ਪਾਠਸ਼ਾਲਾ ਵਿੱਚ ਦਿੱਤੀ ਜਾਂਦੀ ਸੀ, ਮਦਰਸਿਆਂ ਵਿੱਚ ਦਿੱਤੀ ਜਾਂਦੀ ਸੀ। ਠੀਕ ਹੈ ਰਾਜੇ, ਮੰਦਰਾਂ ਮਸਜਿਦਾਂ ਵਿੱਚ ਦਿੱਤੀ ਜਾਂਦੀ ਸੀਗੀ। ਠੀਕ ਹੈ ਰਾਜੇ, ਮੋਸਕਿਊਜ਼ ਹੁੰਦਾ ਮਸਜਿਦਾਂ। ਠੀਕ ਹੈ, ਇਹ ਯਾਦ ਰੱਖਣਾ। ਔਰ ਇਹਨਾਂ ਸਕੂਲਾਂ ਵਿੱਚ ਬੱਚੇ ਕੀ ਹੈ ਐਜੂਕੇਸ਼ਨ ਧਾਰਮਿਕ ਸਥਾਨਾਂ 'ਤੇ ਜਿਹੜੇ ਰਿਲੀਜੀਅਸ ਜਿਹੜੀਆਂ ਪਲੇਸ ਸੀ ਇੱਥੋਂ ਬੱਚੇ ਐਜੂਕੇਸ਼ਨ ਨੂੰ ਕੀ ਆ ਪ੍ਰਾਪਤ ਕਰਦੇ ਸੀ। ਕਲੀਅਰ ਰਾਜੇ। ਸਕੂਲ ਇਨ ਮੋਸਕਿਊ ਵਰ ਕਾਲਡ ਮਕਤਬਾ। ਮਕਤਬਾ ਮੀਨਸ ਕਿ ਜਿੱਥੇ ਕੁਰਾਨ ਸ਼ਰੀਫ ਦੇ ਵਿਸ਼ਵਾਸ ਨੂੰ ਦ੍ਰਿੜ, ਜਿੱਥੇ ਕੁਰਾਨ ਸ਼ਰੀਫ ਦੀ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਸੀ ਉਹਨੂੰ ਕਹਿੰਦੇ ਸੀ। ਠੀਕ ਹੈ, ਇਹਦੇ ਵਿੱਚ ਆਪਾਂ ਦੇਖਦੇ ਹਾਂ ਵੇਅਰ ਦੀ ਸਟੂਡੈਂਟ ਲਰਨ ਅਬਾਊਟ ਦੀ ਕੁਰਾਨ ਸ਼ਰੀਫ, ਜਿੱਥੇ ਬੱਚੇ ਕੁਰਾਨ ਸ਼ਰੀਫ ਬਾਰੇ ਕੀ ਆ ਰੀਡ ਕਰਦੇ ਸੀ, ਜੋ ਮੁਸਲਿਮ ਰਿਲੀਜੀਅਸ ਦਾ ਜਿਹੜਾ ਹੌਲੀ ਗ੍ਰੰਥ ਹੈ, ਠੀਕ ਆ, ਉਹਨੂੰ ਫੋਲੋ ਕਰਦੇ ਆ, ਉਹਦੇ ਬਾਰੇ ਰੀਡ ਕਰਦੇ ਸੀ। ਐਂਡ ਪਾਠਸ਼ਾਲਾ ਇਨ ਟੈਂਪਲਸ ਐਂਡ ਗੁਰਦੁਆਰਾ, ਮੰਦਰਾਂ ਅਤੇ ਗੁਰਦੁਆਰਿਆਂ ਨੂੰ ਪਾਠਸ਼ਾਲਾ ਕਿਹਾ ਜਾਂਦਾ ਸੀ। ਠੀਕ ਹੈ, ਇਨ ਦੀਜ਼ ਸਕੂਲ ਦੀ ਰਿਲੀਜੀਅਸ ਬੁੱਕ ਵਰ ਟਾਟ ਇਨ ਦੇਅਰ ਓਨ ਲੈਂਗੁਏਜ। ਇਹਨਾਂ ਸਕੂਲਾਂ ਵਿੱਚ ਆਪਣੇ ਆਪਣੇ ਧਰਮ ਦੀਆਂ ਜਿਹੜੇ ਬੱਚੇ ਸੀਗੇ ਉਹ ਕੀ ਆਪਣੀ ਆਪਣੀ ਭਾਸ਼ਾ ਵਿੱਚ ਜਿਹੜੀਆਂ ਰਿਲੀਜੀਅਸ ਬੁੱਕ ਸੀ ਉਹਨਾਂ ਨੂੰ ਕੀ ਆ ਰੀਡ ਕਰਦੇ ਸੀਗੇ, ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀਗੀ ਰਿਲੀਜੀਅਸ ਬੁੱਕ ਦੇ ਬਾਰੇ। ਫੋਰ ਐਗਜ਼ਾਮਪਲ, ਠੀਕ ਹੈ, ਆਪਾਂ ਫੋਰ ਐਗਜ਼ਾਮਪਲ ਦੀ ਐਜੂਕੇਸ਼ਨ ਵਾਜ਼ ਇੰਪਾਰਟਡ ਇਨ ਉਰਦੂ, ਪਰਸ਼ੀਅਨ, ਅਰੈਬਿਕ ਇਨ ਮਕਤਬਾ, ਇਨ ਗੁਰਮੁਖੀ ਐਂਡ ਪੰਜਾਬੀ ਇਨ ਗੁਰਦੁਆਰਾ, ਐਂਡ ਇਨ ਹਿੰਦੀ ਐਂਡ ਸੰਸਕ੍ਰਿਤੀ ਲੈਂਗੁਏਜ ਇਨ ਟੈਂਪਲ, ਜਿਹਨੂੰ ਆਪਾਂ ਕਹਿੰਦੇ ਹਾਂ ਪਾਠਸ਼ਾਲਾਜ਼ ਵਿੱਚ। ਠੀਕ ਹੈ, ਦੇਖੋ ਬੇਟਾ ਧਿਆਨ ਨਾਲ ਸੁਣਨਾ ਸਾਰਿਆਂ ਨੇ।
ਔਰ ਗੁਰਦੁਆਰੇ ਦੇ ਵਿੱਚ ਕਿਹੜੀ ਐਜੂਕੇਸ਼ਨ, ਗੁਰਮੁਖੀ ਅੱਖਰਾਂ ਦੇ ਬਾਰੇ ਐਜੂਕੇਸ਼ਨ ਦਿੱਤੀ ਜਾਂਦੀ ਸੀ। ਠੀਕ ਹੈ ਰਾਜੇ। ਐਂਡ ਮਕਤਬਾ ਵਿੱਚ ਉਰਦੂ, ਫਾਰਸੀ, ਅਰਬੀ ਭਾਸ਼ਾ ਬਾਰੇ ਕੀ ਆ ਐਜੂਕੇਸ਼ਨ ਦਿੱਤੀ ਜਾਂਦੀ ਸੀ। ਐਂਡ ਮੰਦਿਰਾਂ ਦੇ ਵਿੱਚ ਹਿੰਦੀ ਐਂਡ ਸੰਸਕ੍ਰਿਤ ਜਿਹੜੀ ਲੈਂਗੁਏਜ ਸੀਗੀ ਉਹਦੇ ਬਾਰੇ ਸਿੱਖਿਆ ਦਿੱਤੀ ਜਾਂਦੀ ਸੀ। ਠੀਕ ਹੈ ਰਾਜੇ। ਔਰ ਸਾਰੇ ਵਿਦਿਆਰਥੀ ਬੜੇ ਇੰਟਰਸਟ ਨਾਲ ਇਹ ਕੀ ਹੈ ਐਜੂਕੇਸ਼ਨ ਪ੍ਰਾਪਤ ਕਰਦੇ ਸੀ। ਨੈਕਸਟ ਆਪਾਂ ਦੇਖਦੇ ਹਾਂ ਦੀ ਰਿਲੀਜੀਅਸ ਲੀਡਰ ਲਾਈਕ ਮੌਲਵੀ ਐਂਡ ਪੰਡਤ ਯੂਜ਼ ਟੂ ਟੀਚ ਦੀ ਸਟੂਡੈਂਟਸ। ਦੇਖੋ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਜਿਹੜੇ ਧਾਰਮਿਕ ਆਗੂ ਹੁੰਦੇ ਸੀਗੇ, ਮੌਲਵੀ, ਪੰਡਤ, ਠੀਕ ਹੈ, ਇਹ ਉਹਨਾਂ ਨੂੰ ਟੀਚ ਕਰਦੇ ਸੀਗੇ ਸਟੂਡੈਂਟਸ ਨੂੰ। ਔਰ ਰਿਲੀਜੀਅਸ ਬੁੱਕ ਬਾਰੇ ਔਰ ਲੈਂਗੁਏਜ ਬਾਰੇ ਉਹਨਾਂ ਨੂੰ ਬੱਚਿਆਂ ਨੂੰ ਟੀਚ ਕਰਵਾਉਂਦੇ ਸੀਗੇ ਬ੍ਰਿਟਿਸ਼ ਤੋਂ ਪਹਿਲਾਂ। ਠੀਕ ਹੈ ਰਾਜੇ। ਬਾਅਦ ਵਿੱਚ ਹੌਲੀ ਹੌਲੀ ਐਜੂਕੇਸ਼ਨ ਡਿਵੈਲਪ ਹੋਈ ਜਦੋਂ ਬ੍ਰਿਟਿਸ਼ ਆਏ। ਤਾਂ ਆਪਾਂ ਦੇਖਦੇ ਨੈਕਸਟ ਬੇਟਾ ਫॉर हायर स्टडी हाई स्कूल were the student belong to all religious were imparted education for higher education in Hindi and Sanskrit school and college were open in big cities like ਕਿੱਥੇ ਕਿੱਥੇ ਹੋਈ ਸੀ ਬਨਾਰਸ। ਠੀਕ ਆ। ਐਂਡ ਬਨਾਰਸ ਵਿੱਚ ਖੁੱਲ੍ਹੇ ਦੇਖੋ ਜਿੱਥੇ ਧਾਰਮਿਕ ਸਥਾਨ 'ਤੇ ਬੱਚੇ ਐਜੂਕੇਸ਼ਨ ਪ੍ਰਾਪਤੀ ਕਰਦੇ ਸੀਗੇ। ਉਸ ਤੋਂ ਬਾਅਦ ਕੀ ਆ ਹੌਲੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ। ਠੀਕ ਹੈ ਰਾਜੇ। ਔਰ ਵੱਡੇ ਵੱਡੇ ਸ਼ਹਿਰਾਂ ਵਿੱਚ ਸਕੂਲ ਖੁੱਲ੍ਹਣੇ ਸਟਾਰਟ ਹੋ ਗਏ, ਕਾਲਜ ਖੁੱਲ੍ਹਣੇ ਸਟਾਰਟ ਹੋ ਗਏ। ਠੀਕ ਹੈ ਰਾਜੇ। ਬਨਾਰਸ ਵਰਗੇ ਵੱਡੇ ਸ਼ਹਿਰਾਂ ਵਿੱਚ ਕੀ ਹੈ ਫਿਰ ਉਹਨਾਂ ਨੇ ਸਕੂਲ ਖੁੱਲ੍ਹੇ। ਠੀਕ ਆ। ਐਂਡ ਕਾਲਜ ਖੋਲ੍ਹੇ। ਠੀਕ ਹੈ ਰਾਜੇ। ਇਹ ਯਾਦ ਰੱਖਣਾ ਤੁਸੀਂ। ਇਸ ਤੋਂ ਬਾਅਦ ਵੇਖਦੇ ਬੇਟਾ ਆਪਾਂ ਸਕੂਲ ਵਰ ਓਪਨ ਈਵਨ ਫॉर ਐਜੂਕੇਸ਼ਨ ਇਨ ਹੈਂਡੀਕ੍ਰਾਫਟ ਐਂਡ ਟ੍ਰੇਡ ਵਿਚ ਵਰ ਨੋਨ ਐਜ਼ ਮਹਾਜਨ ਸਕੂਲ। ਦੇਖੋ ਵਪਾਰ, ਹੈਂਡੀਕ੍ਰਾਫਟ ਹੁੰਦਾ ਵਾ ਦਸਤਕਾਰੀ। ਠੀਕ ਆ। ਐਂਡ ਟ੍ਰੇਡ ਹੁੰਦਾ ਵਪਾਰ। ਠੀਕ ਆ। ਵਪਾਰ ਸਿਖਲਾਈ ਲਈ ਸਕੂਲ ਖੋਲ੍ਹੇ ਜਾਂਦੇ ਸੀਗੇ। ਹੈਂਡੀਕ੍ਰਾਫਟ ਮਤਲਬ ਕਿ ਬੱਚਿਆਂ ਨੂੰ ਹੱਥਾਂ ਵਿੱਚ ਹੁਨਰ ਭਰਨ ਲਈ ਸਕੂਲ ਓਪਨ ਕੀਤੇ ਗਏ ਵੀ ਉਹਨਾਂ ਨੂੰ ਹੱਥੀਂ ਕੰਮ ਸਿਖਾਇਆ ਜਾਵੇ। ਐਂਡ ਟ੍ਰੇਡ ਕਰਨ ਲਈ, ਵਪਾਰ ਕਰਨ ਲਈ ਸਕੂਲ ਖੋਲ੍ਹੇ ਗਏ। ਠੀਕ ਆ। ਉਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀਗਾ? ਨੋਨ ਐਜ਼ ਏ ਮਹਾਜਨੀ ਸਕੂਲ। ਠੀਕ ਆ। ਮਹਾਜਨੀ। ਠੀਕ ਆ। ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜਿੱਥੇ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ। ਐਂਡ ਬੇਟਾ ਮਦਰਸਾ ਇਹ ਲਰਨਿੰਗ ਪਲੇਸ ਇਜ਼ ਕਾਲਡ ਮਦਰਸਾ ਇਨ ਅਰਬੀਅਨ ਲੈਂਗੁਏਜ। ਠੀਕ ਹੈ। ਅਰਬੀ ਭਾਸ਼ਾ ਵਿੱਚ ਕੀ ਆ ਸਿੱਖਣ ਦੇ ਸਥਾਨ ਨੂੰ ਅਰਬੀ ਭਾਸ਼ਾ ਵਿੱਚ ਮਦਰਸਾ ਕਹਿੰਦੇ। ਠੀਕ ਹੈ ਰਾਜੇ। ਇਹ ਯਾਦ ਰੱਖਣਾ ਸਾਰਿਆਂ ਨੇ। ਫਿਰ ਬਾਅਦ ਵਿੱਚ ਕੀ ਹੋਇਆ ਇਹ ਜਿਹੜੀ ਐਜੂਕੇਸ਼ਨ ਸੀਗੀ ਇਹ ਬ੍ਰਿਟਿਸ਼ ਤੋਂ ਪਹਿਲਾਂ ਦਿੱਤੀ ਜਾਂਦੀ ਸੀਗੀ। ਠੀਕ ਹੈ ਬੇਟਾ। ਮਦਰਸਿਆਂ ਵਿੱਚ, ਟੈਂਪਲਸ ਵਿੱਚ, ਠੀਕ ਆ, ਮਸਜਿਦਾਂ ਵਿੱਚ ਇਹ ਸਾਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਸੀ। ਜਦੋਂ ਬ੍ਰਿਟਿਸ਼ ਆਏ ਨਿਊ ਪੋਲਿਸੀ ਲੈ ਕੇ ਆਏ। ਠੀਕ ਆ। ਦੀ ਨਿਊ ਐਜੂਕੇਸ਼ਨ ਸਿਸਟਮ ਕਿਹਦੇ ਅੰਡਰ ਆਇਆ? ਬ੍ਰਿਟਿਸ਼ ਰੂਲ ਦੇ ਅੰਡਰ ਨਿਊ ਐਜੂਕੇਸ਼ਨ ਸਿਸਟਮ ਆਇਆ ਇੰਡੀਆ ਵਿੱਚ। ਠੀਕ ਹੈ ਰਾਜੇ। ਤਾਂ ਉਹਨਾਂ ਨੇ ਕੀ ਆ ਨਵੇਂ ਪੋਲਿਸੀਜ਼ ਲੈ ਕੇ ਆਉਂਦੀਆਂ। ਕਾਹਦੇ ਰਿਗਾਰਡਿੰਗ ਲੈ ਕੇ ਆਉਂਦੀਆਂ? ਐਜੂਕੇਸ਼ਨ ਦੇ ਰਿਗਾਰਡਿੰਗ ਲੈ ਕੇ ਆਉਂਦੀਆਂ। ਇਹ ਥੋੜ੍ਹੀ ਤੁਸੀਂ ਯਾਦ ਰੱਖਣਾ। ਔਰ ਬੇਟਾ ਆਪਾਂ ਦੇਖਦੇ ਹਾਂ ਦੀ ਬ੍ਰਿਟਿਸ਼ ਐਂਟਰੋ ਨਿਊ ਐਜੂਕੇਸ਼ਨ ਸਿਸਟਮ ਇਨ ਇੰਡੀਆ। ਤਾਂ ਜਿਹੜੇ ਅੰਗਰੇਜ਼ਾਂ ਨੇ ਭਾਰਤ ਵਿੱਚ ਜਿਹੜੀ ਨਵੀਂ ਐਜੂਕੇਸ਼ਨ ਸਿਸਟਮ ਲਾਗੂ ਕੀਤਾ ਅੰਡਰ ਦਿਸ ਸਿਸਟਮ ਵਿਚ ਮੇਨ ਪਰਪਜ਼ ਵਾਸ ਯੂਜ਼ ਦੀ ਸਟੂਡੈਂਟ ਫॉर ਸੈਲਫ ਥਿੰਕਿੰਗ। ਉਹਨਾਂ ਨੇ ਇਹ ਐਜੂਕੇਸ਼ਨ ਕਿਵੇਂ ਇਹਦਾ ਮੇਨ ਪਰਪਜ਼ ਕੀ ਸੀਗਾ ਐਜੂਕੇਸ਼ਨ ਲਿਆਉਣ ਦਾ ਕਿ ਜਿਹੜੇ ਇੰਡੀਅਨਸ ਪੀਪਲ ਆ, ਜਿਹੜੇ ਵਿਦਿਆਰਥੀ ਆ ਉਹ ਖੁਦ ਸੋਚਣ। ਠੀਕ ਆ। ਉਹਨਾਂ ਵਿੱਚ ਨਵੀਂ ਹੈਬਿਟ ਬਣੇ ਸੋਚਣ ਦੀ। ਠੀਕ ਆ। ਸੈਲਫ ਥਿੰਕਿੰਗ ਲਈ। ਠੀਕ ਆ। ਖੁਦ ਸੋਚਣ ਦੀ ਆਦਤ ਪੈਦਾ ਕਰਨ ਲਈ ਉਹਨਾਂ ਨੇ ਐਜੂਕੇਸ਼ਨ ਲੈ ਕੇ ਆਉਂਦੀ। ਇੰਗਲਿਸ਼ ਲੈਂਗੁਏਜ ਐਂਡ ਵੈਸਟਰਨ ਲਿਟਰੇਚਰ ਵਾਸ ਟਾਟ ਇੰਸਪਾਇਰਡ ਆਫ ਇੰਡੀਅਨ ਲੈਂਗੁਏਜ। ਠੀਕ ਹੈ। ਫਿਰ ਕੀ ਕੀਤਾ ਇਸ ਪ੍ਰਣਾਲੀ ਦੇ ਉਹਨਾਂ ਨੇ ਭਾਰਤੀ ਭਾਸ਼ਾਵਾਂ ਦੀ ਥਾਂ ਅੰਗਰੇਜ਼ੀ ਭਾਸ਼ਾਵਾਂ ਅਤੇ ਪੱਛਮੀ ਭਾਸ਼ਾਵਾਂ। ਠੀਕ ਆ। ਅਤੇ ਵੈਸਟਰਨ ਲਿਟਰੇਚਰ ਨੂੰ ਕੀ ਆ ਡਿਵੈਲਪ ਕੀਤਾ। ਐਂਡ ਨਿਊ ਸਕੂਲ, ਕਾਲਜ ਐਂਡ ਯੂਨੀਵਰਸਿਟੀਜ਼ ਵਰ ਸਟੈਬਲਿਸ਼ ਫॉर ਡਿਵੈਲਪਮੈਂਟ ਆਫ ਇੰਗਲਿਸ਼ ਲੈਂਗੁਏਜ ਐਂਡ ਇਟਸ ਲਿਟਰੇਚਰ। ਠੀਕ ਆ। ਉਹਨਾਂ ਨੇ ਕੀ ਕੀਤਾ ਫਿਰ ਨਿਊ ਕਾਲਜ ਖੋਲ੍ਹੇ, ਨਿਊ ਯੂਨੀਵਰਸਿਟੀਜ਼ ਖੋਲ੍ਹੀਆਂ। ਕਿਹਨੂੰ ਡਿਵੈਲਪ ਕਰਨ ਲਈ? ਇੰਗਲਿਸ਼ ਲੈਂਗੁਏਜ ਨੂੰ ਐਂਡ ਇੰਗਲਿਸ਼ ਲਿਟਰੇਚਰ ਨੂੰ। ਠੀਕ ਹੈ ਰਾਜੇ। ਕਿਉਂਕਿ ਹੁਣ ਇੱਥੇ ਉਹਨਾਂ ਦੇ ਅੰਡਰ ਹੋ ਗਿਆ ਸੀ ਸਾਰਾ ਇੰਡੀਆ। ਠੀਕ ਆ। ਉਹ ਮਤਲਬ ਕਿ ਸੋਚ ਰਹੇ ਸੀ, ਮਤਲਬ ਕਿ ਉਹਨਾਂ ਦੀ ਥਿੰਕਿੰਗ ਸੀਗੀ ਕਿ ਸਾਰੇ ਇੰਡੀਆ ਨੂੰ ਕੀ ਅਸੀਂ ਆਪਣੇ ਅੰਡਰ ਲੈ ਕੇ ਆਉਣਾ, ਉਹ 'ਤੇ ਕੀ ਆ ਰੂਲ ਕਰਨਾ। ਠੀਕ ਆ। ਉਹ 'ਤੇ ਅਸੀਂ ਆਪਣਾ ਰਾਜ ਕਰਨਾ। ਤਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਲੈਂਗੁਏਜ ਆ ਉਹਨੂੰ ਲਿਆਉਣਾ
ਮੈਂਡੇਟਰੀ ਸਮਝਿਆ, ਜ਼ਰੂਰੀ ਸਮਝਿਆ, ਤਾਂ ਕਿ ਸਾਰੇ ਜਿਹੜੇ ਇੰਡੀਅਨਸ ਪੀਪਲ ਆ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਬਾਰੇ ਕੀ ਆ ਉਹਦੇ ਗੋ ਥਰੂ ਹੋ ਜਾਣ ਅਤੇ ਉਹਨਾਂ ਨੂੰ ਚੰਗੀ ਨੌਲੇਜ ਹੋ ਜਾਏ ਅਤੇ ਅਸੀਂ ਉਹਦੇ ਨਾਲ ਕਮਿਊਨੀਕੇਸ਼ਨ ਕਰ ਸਕੀਏ, ਜੋ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਠੀਕ ਆ ਉਹਨੂੰ ਸੁਣ ਸਕੀਏ, ਉਹਨਾਂ ਨੂੰ ਅੰਡਰਸਟੈਂਡ ਕਰ ਸਕੀਏ। ਅਤੇ ਔਰ ਇੱਕ ਇਹਦਾ ਪਰਪਸ ਇਹ ਵੀ ਸੀ ਕਿ ਜਿਹੜੇ ਇੰਡੀਅਨਸ ਪੀਪਲ ਆ ਉਹਨਾਂ ਨੂੰ ਕੀ ਆ ਵੈਸਟਰਨ ਕਲਚਰ ਵੱਲ ਖਿੱਚਣਾ। ਠੀਕ ਹੈ, ਨੈਕਸਟ ਆਪਾਂ ਦੇਖਦੇ ਬੇਟਾ ਪਰਪਸ ਟੂ ਸਟਾਰਟ ਵੈਸਟਰਨ ਐਜੂਕੇਸ਼ਨ। ਠੀਕ ਹੈ, ਬ੍ਰਿਟਿਸ਼ ਉਹਨਾਂ ਨੂੰ ਨੀਡ ਸੀਗੀ ਠੀਕ ਹੈ ਐਜੂਕੇਟਡ ਪੀਪਲ ਟੂ ਰਨ ਇਟਸ ਐਡਮਿਨਿਸਟ੍ਰੇਸ਼ਨ। ਦੇਖੋ ਅੰਗਰੇਜ਼ਾਂ ਨੂੰ ਭਾਰਤ ਵਿੱਚ ਆਪਣਾ ਸ਼ਾਸਨ ਪ੍ਰਬੰਧ ਚਲਾਉਣ ਲਈ ਪੜ੍ਹੇ ਲਿਖੇ ਲੋਕਾਂ ਦੀ ਲੋੜ ਪੈਣੀ ਸੀ। ਉਹ ਪੜ੍ਹੇ ਲਿਖੇ ਲੋਕ ਕਿੱਥੋਂ ਮਿਲਣੇ ਸੀ ਉਹਨਾਂ ਨੂੰ? ਇੰਡੀਆ ਵਿੱਚੋਂ ਪੜ੍ਹੇ ਲਿਖੇ ਲੋਕ ਲੈਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਕੀਤਾ ਕਿ ਇੰਡੀਆ ਦੇ ਜਿਹੜੇ ਪੀਪਲ ਸੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਔਰ ਵਧੀਆ ਕਮਿਊਨੀਕੇਸ਼ਨ ਕਰ ਸਕਣ। ਠੀਕ ਹੈ, ਉਹ ਅਤੇ ਇਸ ਲਈ ਉਹਨਾਂ ਨੇ ਇੰਗਲਿਸ਼ ਲੈਂਗੁਏਜ ਐਂਡ ਇੰਗਲਿਸ਼ ਲਿਟਰੇਚਰ ਨੂੰ ਕਿਹਾ ਡਿਵੈਲਪ ਕੀਤਾ ਇਨ ਇੰਡੀਆ ਵਿੱਚ। they needed the people who could listen to problem of the Indians and could communication in English। ਦੇਖੋ ਹੁਣ ਦੇਖੋ ਉਹਨਾਂ ਨੂੰ ਭਾਰਤੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਲਿਸਨ ਕਰਨ ਲਈ ਅਜਿਹੇ ਲੋਕਾਂ ਦੀ ਜ਼ਰੂਰਤ ਸੀ ਜਿਹੜੇ ਇੰਗਲਿਸ਼ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਦੇ ਸਕਣ, ਕਿਉਂਕਿ ਜੋ ਇੰਡੀਅਨਸ ਪੀਪਲ ਸੀਗੇ ਉਹ ਸਾਰਿਆਂ ਨੂੰ ਤਾਂ ਇੰਗਲਿਸ਼ ਲੈਂਗੁਏਜ ਨਹੀਂ ਆਉਂਦੀ ਸੀਗੀ, ਪਰ ਜੋ ਮੇਨ ਸੀ ਜਿਹੜੇ ਇੰਟੈਲੀਜੈਂਟ ਪਰਸਨ ਸੀਗੇ ਉਹਨਾਂ ਨੂੰ ਤਾਂ ਇੰਗਲਿਸ਼ ਆਉਂਦੀ ਸੀਗੀ। ਉਹਨਾਂ ਨੂੰ ਉਹ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਕੀ ਆ ਉਹ ਆਪਣੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਸੀਗੇ, ਤਾਂ ਕਿ ਜੋ ਉਹ ਸਧਾਰਨ ਲੋਕਾਂ ਵਿੱਚ ਵਿਚਰਨ ਅਤੇ ਉਹਨਾਂ ਦੀਆਂ ਜੋ ਸਮੱਸਿਆ ਜੋ ਪ੍ਰੋਬਲਮਸ ਹੈਗੀਆਂ ਉਹ ਸਾਨੂੰ ਕੀ ਆ ਟਰਾਂਸਲੇਟ ਕਰਕੇ ਇੰਗਲਿਸ਼ ਵਿੱਚ ਸਾਨੂੰ ਦੱਸਣ, ਇੰਗਲਿਸ਼ ਲੈਂਗੁਏਜ ਵਿੱਚ ਸਾਨੂੰ ਦੱਸਣ। ਠੀਕ ਹੈ, ਇਸ ਲਈ ਉਹਨਾਂ ਨੇ ਐਜੂਕੇਸ਼ਨ ਦੇਣੀ ਸਟਾਰਟ ਕੀਤੀ। In the view of British, the English educated Indians could easily to agree to convert to Christianity। ਦੇਖੋ ਜਿਹੜੇ ਹੁਣ ਇਹਨਾਂ ਦਾ ਇੱਕ ਪਰਪਸ ਇਹ ਸੀ, ਅੰਗਰੇਜ਼ਾਂ ਦਾ ਵਿਚਾਰ ਸੀਗਾ, ਓਪੀਨੀਅਨ ਸੀਗਾ ਕਿ ਜਿਹੜੇ ਅੰਗਰੇਜ਼ ਆ ਉਹ ਇਹ ਸੋਚਦੇ ਸੀਗੇ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਜਿਨ੍ਹਾਂ ਨੇ ਸਿੱਖ ਲਈ, ਜਿਹੜੇ ਇੰਡੀਅਨਸ ਪੀਪਲ ਨੇ ਸਿੱਖ ਲਈ, ਉਹ ਆਸਾਨੀ ਨਾਲ ਕੀ ਆ ਸਾਈ ਧਰਮ ਵਿੱਚ ਕਨਵਰਟ ਹੋ ਸਕਦੇ। ਠੀਕ ਆ, ਇਸ ਤੋਂ ਬਾਅਦ ਬੇਟਾ ਡਿਵੈਲਪਮੈਂਟ ਆਫ ਵੈਸਟਰਨ ਐਜੂਕੇਸ਼ਨ। ਠੀਕ ਆ, ਉਹਦੇ ਨੇ ਇੱਕ ਸਿੱਖਿਆ ਦਾ ਵਿਕਾਸ ਕਿੱਦਾਂ ਹੋਇਆ। ਠੀਕ ਆ, ਇਹਦੇ ਬਾਰੇ ਆਪਾਂ ਰੀਡ ਕਰਦੇ ਹਾਂ। ਫਸਟਲੀ ਆਪਾਂ ਦੇਖਦੇ ਹਾਂ ਕਿ ਹੰਟਰ ਕਮਿਸ਼ਨ ਦੇ ਵਿੱਚ ਦੇਖਦੇ ਬੇਟਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਬਹੁਤ ਸਾਰੇ ਯੂਨੀਵਰਸਿਟੀਜ਼ ਕਾਲਜ ਓਪਨ ਕਰ ਦਿੱਤੇ ਗਏ। ਠੀਕ ਆ, ਮਦਰਾਸ ਵਿਖੇ ਇਹਨਾਂ ਨੇ ਕੀ ਆ ਸਕੂਲ ਖੋਲ੍ਹਿਆ। ਠੀਕ ਹੈ, ਉੱਥੇ ਵਿੱਚ ਬਹੁਤ ਸਾਰੇ ਸਟੂਡੈਂਟਸ ਆਉਣ ਲੱਗ ਗਏ। ਠੀਕ ਹੈ, ਔਰ ਵਰਨ ਹੇਸਟਿੰਗ ਸੀਗਾ, ਉਹਨਾਂ ਨੇ ਕੀ ਇਹਦੇ ਵਿੱਚ ਬਹੁਤ ਇਨਵੋਲਵਮੈਂਟ ਸੀਗੀ। ਠੀਕ ਹੈ, ਇਹਦੇ ਵਿੱਚ ਉਹਨਾਂ ਦੀ ਔਰ 1882 ਵਿੱਚ ਸਿਟਿੰਗ ਅਪ ਦੀ ਹੰਟਰ ਕਮਿਸ਼ਨ ਇਨ 1882 ਵਿੱਚ। ਠੀਕ ਹੈ, ਹੰਟਰ ਕਮਿਸ਼ਨ ਜਿਹੜਾ ਸੀਗਾ ਉਹਨੇ ਰੈਕਮੈਂਡੇਸ਼ਨ ਦਿੱਤੀਆਂ। ਠੀਕ ਹੈ, ਸਿਫਾਰਸ਼ਾਂ ਕੀਤੀਆਂ। ਠੀਕ ਹੈ, ਉਹਦੇ ਵਿੱਚ ਕੀ ਸੀਗਾ ਕਿ ਗ੍ਰਾਂਟ ਸ਼ੁੱਡ ਬੀ ਗਿਵਨ ਟੂ ਦੀ ਪ੍ਰਾਈਵੇਟ ਸਕੂਲਸ, ਵੀ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਸਾਰਿਆਂ ਨੂੰ ਗ੍ਰਾਂਟਾਂ ਦੇਣੀਆਂ ਚਾਹੀਦੀਆਂ। ਐਂਡ ਇਫੈਕਟ ਸ਼ੁੱਡ ਬੀ ਮੇਡ ਟੂ ਇੰਪਰੂਵ ਦੀ ਸੈਕੰਡਰੀ ਸਕੂਲ, ਜਿਹੜੇ ਸੈਕੰਡਰੀ ਸਕੂਲ ਆ ਉਹਨਾਂ ਵਿੱਚ ਕੀ ਆ ਸੁਧਾਰ ਕਰਨੇ ਚਾਹੀਦੇ ਆ। ਕਲੀਅਰ ਹੈ ਜੀ। ਔਰ ਸਪੈਸ਼ਲ ਜਿਹੜੀ ਅਰੇਂਜਮੈਂਟ ਸ਼ੁੱਡ ਬੀ ਮੇਡ ਫॉर ਦੀ ਐਜੂਕੇਸ਼ਨ ਆਫ ਦੀ ਵੂਮੈਨ, ਇਸਤਰੀਆਂ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ। ਹੰਟਰ ਕਮਿਸ਼ਨ ਦੇ ਅਨੁਸਾਰ ਬਹੁਤ ਫੇਮਸ ਆ ਬੇਟਾ, ਇੱਕ ਵਾਰੀ ਤੁਸੀਂ ਰੀਡ ਕਰ ਲਿਓ। ਔਰ ਇਸ ਤੋਂ ਬਾਅਦ ਬੇਟਾ ਉਹਨਾਂ ਨੇ ਕਿਹਾ ਸਟੂਡੈਂਟ ਸ਼ੁੱਡ ਬੀ ਗਿਵਨ ਫਿਜ਼ੀਕਲੀ ਐਂਡ ਮੈਂਟਲੀ ਐਜੂਕੇਸ਼ਨ। ਠੀਕ ਆ, ਸਟੂਡੈਂਟਸ ਨੂੰ ਕੀ ਆ ਮੈਂਟਲ ਐਜੂਕੇਸ਼ਨ ਦੇਣੀ, ਮੈਂਟਲੀ ਐਜੂਕੇਸ਼ਨ ਸਟੂਡੈਂਟ ਸ਼ੁੱਡ ਬੀ ਗਿਵਨ ਫਿਜ਼ੀਕਲੀ ਐਂਡ ਮੈਂਟਲ ਐਜੂਕੇਸ਼ਨ। ਠੀਕ ਹੈ, ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਸਿੱਖਿਆ ਦੇਣੀ ਚਾਹੀਦੀ ਹੈ। ਠੀਕ ਹੈ, ਔਰ ਹੰਟਰ ਕਮਿਸ਼ਨ ਨੇ ਕੀ ਹੈ ਇਹ ਸਿਫਾਰਸ਼ਾਂ ਕੀਤੀਆਂ ਸੀਗੀਆਂ। ਠੀਕ ਹੈ, ਤਾਂ ਕਿ ਐਜੂਕੇਸ਼ਨ ਨੂੰ ਵਧੀਆ ਢੰਗ ਨਾਲ ਬਣਾਇਆ ਜਾ ਸਕੇ, ਪ੍ਰੋਵਾਈਡ ਕੀਤਾ ਜਾ ਸਕੇ। ਠੀਕ ਹੈ, ਇਸ ਤੋਂ ਬਾਅਦ ਇੰਡੀਅਨ ਯੂਨੀਵਰਸਿਟੀਜ਼ ਲਾਅ ਬਣਿਆ। ਓਕੇ, ਉਹਦੇ ਅੰਡਰ ਕੀ ਹੋਇਆ 1904 ਵਿੱਚ ਇੰਡੀਅਨ ਯੂਨੀਵਰਸਿਟੀਜ਼ ਲਾਅ ਬਣਿਆ। ਠੀਕ ਹੈ ਬੇਟਾ, ਔਰ ਇਹ ਕਿਹਨੇ ਬਣਾਇਆ ਸੀਗਾ ਐਕਟ ਇਨ 1904 ਲਾਰਡ ਕਰਜ਼ਨ ਪਾਸਡ ਦੀ ਇੰਡੀਅਨ ਯੂਨੀਵਰਸਿਟੀ ਐਕਟ। ਠੀਕ ਹੈ, ਇਹਦੇ ਅਕੋਰਡਿੰਗ ਕੀ ਹੋਇਆ, ਅਕੋਰਡਿੰਗ ਦਿਸ ਐਕਟ ਇੰਟਰਫੇਰੈਂਸ ਆਫ ਦੀ ਗਵਰਨਮੈਂਟ ਇਨ ਯੂਨੀਵਰਸਿਟੀਜ਼ ਇਨਕਰੀਜ਼ ਨੈਸ਼ਨਲ ਅਪੋਜ਼ਿਟ ਦਿਸ ਐਕਟ। ਠੀਕ ਹੈ, ਔਰ ਬਾਅਦ ਵਿੱਚ ਕੀ ਹੋਇਆ ਕਿ ਜਿਹੜੇ ਯੂਨੀਵਰਸਿਟੀ ਦੇ ਉੱਤੇ ਸਰਕਾਰ ਦੀ ਦਖਲਅੰਦਾਜ਼ੀ ਕਾਫੀ ਵੱਧ ਗਈ ਅਤੇ ਜਿਹੜੇ ਰਾਸ਼ਟਰਵਾਦੀ ਨੈਸ਼ਨਲ ਕੀ ਆਪੋਜਿਟ ਹੋ ਗਏ। ਠੀਕ ਹੈ, ਅਪੋਜ਼ਿਟ ਦਿਸ ਐਕਟ ਮੀਨਸ ਕਿ ਰਾਸ਼ਟਰਵਾਦੀ ਨੇ ਇਸ ਐਕਟ ਦਾ ਵਿਦਰੋਹ ਕੀਤਾ। ਠੀਕ ਆ, ਰਿਬੈਲ ਕੀਤਾ। ਇਸ ਤੋਂ ਬਾਅਦ ਬਹੁਤ ਸਾਰੀਆਂ ਕਮੇਟੀਜ਼ ਬਣੀਆਂ। ਠੀਕ ਆ,
ਤੇ ਉਹਨਾਂ ਨੇ ਕੀ ਐਜੂਕੇਸ਼ਨ ਨੂੰ ਅੱਗੇ ਵਧਾਇਆ। ਠੀਕ ਆ, ਇਹ ਤਾਂ ਸਾਰਿਆਂ ਨੇ ਤੁਸੀਂ ਯਾਦ ਰੱਖਣਾ। ਔਰ ਬੇਟਾ ਨੈਕਸਟ ਵੀਡੀਓ ਵਿੱਚ ਆਪਾਂ ਜੋ ਹੈ ਐਜੂਕੇਸ਼ਨ ਐਂਡ ਇੰਡੀਅਨ ਰਿਫਾਰਮਰਸ ਬਾਰੇ ਰੀਡ ਕਰਾਂਗੇ, ਸਿੱਖਿਆ ਅਤੇ ਭਾਰਤੀ ਸੁਧਾਰਕਾਂ ਬਾਰੇ। ਠੀਕ ਹੈ ਬੇਟਾ, ਓਕੇ ਬੇਟਾ, ਥੈਂਕ ਯੂ।